ज़्यादातर तनख्वाह 2500 तो बहुत मैं शायद लगता ज़्यादा कहती। जिस विषय पर आप गल कर रहे हैं पाठी ਸਿੰਘਾਂ ਦੇ ਵਿਸ਼ੇ ਦੇ ਉੱਤੇ ਉੱਥੇ ਹਾਲਾਤ ਇੰਨੇ ਮਾੜੇ ਨੇ ਵੀ ਬਹੁਤਾਂਤ ਵਿੱਚ ਪਾਠੀ ਸਿੰਘਾਂ ਦੇ ਘਰ ਨਹੀਂ ਹੈਗੇ, ਕਈਆਂ ਦੇ ਕੋਲ ਤਾਂ ਘਰ ਹੀ ਨਹੀਂ ਹੈਗੇ, ਛੱਤਾਂ ਹੀ ਨਹੀਂ ਹੈਗੀਆਂ, ਉਹ ਤਾਂ ਗੁਰੂ ਘਰਾਂ ਦੇ ਵਿੱਚ ਹੀ ਰਹਿ ਰਹੇ ਨੇ। ਉੱਥੇ ਜ਼ਿੰਦਗੀਆਂ ਲੰਘ ਜਾਂਦੀਆਂ ਨੇ 20 30 ਸਾਲ। ਕੋਈ ਜਥਾ ਲਾ ਲਓ ਜਿਹੜਾ ਮਸ਼ਹੂਰ ਜ਼ਿਆਦਾ, ਉਹਦੀ ਭੇਟਾ 51000 ਰੁਪਈਆ ਵੀ ਆ, ਤੇ ਇੱਕ ਜਿਹੜਾ 5100 ਨੂੰ ਵੀ ਤਰਸ ਰਿਹਾ। ਉਸ ਮੈਨੇਜਰ ਨੇ ਡਿਊਟੀ ਇਸ ਕਰਕੇ ਕੱਢਤੀ ਕਿ ਜਿਹੜੇ ਪਾਠੀ ਸਿੰਘ ਸੀ, ਕੱਚੇ ਪਾਠੀ ਡਿਊਟੀ ਕਰਦੇ ਸੀ, ਉਹ ਮੈਨੇਜਰ ਦੇ ਅਨੁਸਾਰ ਨਹੀਂ ਸੀ ਚੱਲਦੇ। ਜਿਵੇਂ ਮੈਨੇਜਰ ਕਹਿੰਦਾ ਸੀ ਉੱਦਾਂ ਨਹੀਂ ਸੀ ਚੱਲਦੇ, ਜਦ ਕਿ ਜਿਹੜਾ ਕੰਮ ਮੈਨੇਜਰ ਕਰਨ ਨੂੰ ਕਹਿੰਦਾ ਸੀਗਾ ਉਹ ਉਹਨਾਂ ਦੇ ਕੰਮ ਦੇ ਵਿੱਚ ਨਹੀਂ ਸੀ ਆਉਂਦਾ। ਕਿੰਨੇ ਪਾਠੀ ਸਿੰਘਾਂ ਦੇ, ਰਾਗੀ ਸਿੰਘਾਂ ਦੇ ਬੱਚੇ ਨੇ ਲਗਾਉਣ ਵਾਲੇ ਪਾਸੇ ਤੁਰ ਪਏ, ਆ ਜਿਹੜਾ ਕੰਜਰਖਾਨਾ ਕਰਨ ਵਾਲੇ ਬੰਨੇ ਤੁਰ ਪਏ। ਪਰ ਮਾਨਸਿਕ ਨਸਲਕੁਸ਼ੀ ਜਿਹੜੀ ਸਾਡੀ ਕੀਤੀ ਜਾ ਰਹੀ ਆ, ਜੋ ਸਾਨੂੰ ਦਿਖਾਇਆ ਜਾ ਰਿਹਾ, ਦਰਸਾਇਆ ਜਾ ਰਿਹਾ, ਉਹਦਾ ਸ਼ਿਕਾਰ ਅਸੀਂ ਜ਼ਿਆਦਾ ਹੋ ਰਹੇ ਹਾਂ। ਅੱਜ ਦੇਖੋ ਸਵੇਰੇ ਅਖੰਡ ਪਾਠ ਸਾਹਿਬ ਕਰਾਇਆ ਹੁੰਦਾ ਵਾ, ਸ਼ਾਮ ਨੂੰ ਡੀਜੇ ਲੱਗੇ ਹੁੰਦੇ ਨੇ, ਬਾਪ ਆਪਣੀ ਧੀ ਦੀ ਬਾਂਹ ਫੜ ਕੇ ਨੱਚ ਰਿਹਾ ਹੁੰਦਾ ਕਿਹੋ ਜਿਹੇ ਗੰਦੇ ਗਾਣਿਆਂ 'ਤੇ। ਸਾਡੀਆਂ ਜਥੇਬੰਦੀਆਂ, ਸਾਡੀਆਂ ਸੰਪਰਦਾਵਾਂ ਅੱਜ ਉਸ ਲੈਵਲ ਦਾ ਪ੍ਰਚਾਰ ਨਹੀਂ ਕਰ ਪਾ ਰਹੀਆਂ ਜਿਸ ਲੈਵਲ ਦਾ ਉਹਨਾਂ ਨੂੰ ਕਰਨਾ ਚਾਹੀਦਾ, ਜਿੰਨੇ ਉਹਨਾਂ ਕੋਲ ਸਾਧਨ ਨੇ। ਪਰ ਤੁਹਾਡੇ ਪਿੰਡ ਦਾ ਪ੍ਰਚਾਰ ਹੋ ਰਿਹਾ ਨਾ, ਸਵੇਰੇ ਉੱਠ ਕੇ 3 ਵਜੇ 4 ਵਜੇ ਬਾਬਾ ਜੀ ਤਾਂ ਅਪੀਲ ਕਰਦੇ ਨੇ, ਉੱਠੋ ਭਾਈ, ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਦਾ ਸਮਾਂ, ਆਓ ਆਪਾਂ ਬਾਣੀ ਪੜ੍ਹੀਏ, ਇਸ਼ਨਾਨ ਕਰੀਏ, ਆਪਣੇ ਬੱਚਿਆਂ ਨੂੰ ਗੁਰੂ ਘਰ। ਕੌਣ ਲੈ ਕੇ ਜਾਂਦਾ? ਜਿਹੜਾ ਗ੍ਰੰਥੀ ਸਿੰਘ ਹੈ ਉਹਦੇ ਉੱਪਰ ਕਿਸ ਨੇ ਅਧਿਕਾਰ ਦਿੱਤਾ ਹੋਇਆ ਕਿ ਇਸ ਤਰ੍ਹਾਂ ਗਲਬਾ ਪਾ ਕੇ ਉਹਨੂੰ ਆਪਣਾ ਗੁਲਾਮ ਰੱਖਿਆ ਜਾਵੇ? ਮਨਮਰਜ਼ੀ ਦੇ ਨਾਲ ਕਈ ਵਾਰ ਅਜਿਹੇ ਮਾਮਲੇ ਵੀ ਆਏ ਜਿਹਦੇ ਵਿੱਚ ਕਰਮਕਾਂਡ ਵੀ ਕੀਤਾ ਜਾਂਦਾ ਆ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਤੋਂ ਜਿਹੜਾ ਨਿਜਾਤ ਕਿਸ ਤਰ੍ਹਾਂ ਦਵਾਈ ਜਾ ਸਕਦੀ? ਅਜਿਹੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦੇ ਅੱਜ ਵੀ ਕੋਠੇ ਕੱਚੇ ਨੇ, ਜਿਨ੍ਹਾਂ ਦੇ ਬਾਥਰੂਮ ਤੱਕ ਨਹੀਂ ਹੈਗੇ ਘਰਾਂ ਦੇ ਵਿੱਚ, ਪਰ ਉਹਨਾਂ ਦੇ ਬਾਥਰੂਮ ਬਣਾਉਣ ਦੇ ਨਾਂ ਦੇ ਉੱਤੇ ਲੋਕਾਂ ਨੇ ਕੋਠੀਆਂ ਪਾਲੀਆਂ। ਇਹ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ, ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ, ਪਰ ਜਿਹੜੇ ਕੁਝ ਮਹੱਤਵਪੂਰਨ ਵਿਸ਼ੇ ਨੇ ਉਹ ਵੀ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਣਾ ਹੈ। ਕਿਉਂਕਿ ਸਿੱਖ ਧਰਮ ਦੇ ਅੰਦਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਤਾਂ ਗੁਰਦੁਆਰਿਆਂ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਦੀ ਵੀ ਗੱਲ ਕੀਤੀ ਜਾਂਦੀ ਹੈ। ਪਰ ਦੂਜੇ ਪਾਸੇ ਕੁਝ ਅਜਿਹੇ ਪੱਖ ਵੀ ਆਉਂਦੇ ਨੇ ਜਿਹੜੇ ਆਮ ਕਰਕੇ ਮਨ ਨੂੰ ਝੰਜੋੜ ਕੇ ਰੱਖਦੇ ਨੇ। ਉਹਨਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਆਰਥਿਕ ਪੱਖ ਦੀ ਗੱਲ ਹੋਵੇ ਜਾਂ ਪ੍ਰਚਾਰਕ ਵਰਗ ਦੀਆਂ ਤਮਾਮ ਗੱਲਬਾਤ ਹੋਵੇ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਹੁਤ ਪਿਆਰੀ ਸ਼ਖਸੀਅਤ ਭਾਈ ਪਰਮਜੀਤ ਸਿੰਘ ਜੀ ਅਕਾਲੀ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਜੀ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤੁਹਾਡਾ ਧੰਨਵਾਦ ਵੀ ਬਹੁਤ ਮੈਂ ਲੰਮੇ ਸਮੇਂ ਤੋਂ ਸੋਚਦਾ ਸੀ ਵੀ ਇਹਦੇ ਬਾਰੇ ਵਿਚਾਰ ਹੋਣੀ ਜ਼ਰੂਰੀ ਹੈ ਜੀ। ਤੁਸੀਂ ਇਹ ਮਸਲਾ ਜਿਹੜਾ ਉਹ ਸੰਗਤ ਸਾਹਮਣੇ ਲੈ ਕੇ ਆ ਰਹੇ ਹੋ ਜੀ। ਭਾਈ ਸਾਹਿਬ ਜੀ, ਜੇ ਆਪਾਂ ਮੌਜੂਦਾ ਜਿਵੇਂ ਗੱਲ ਕਰ ਰਹੇ ਹਾਂ ਕਿ ਗ੍ਰੰਥੀ ਸਿੰਘਾਂ ਦੀ ਅੱਜ ਹਾਲਾਤ ਆਰਥਿਕ ਪੱਖ ਤੋਂ ਬਹੁਤ ਕਮਜ਼ੋਰ ਹੋ ਚੁੱਕੇ ਆ, ਕਿਉਂਕਿ ਜਦੋਂ ਘਰਾਂ ਦੇ ਵਿੱਚ ਦੁੱਖ ਸੁੱਖ ਦੇ ਪਾਠ ਹੁੰਦੇ ਆ, ਦੁੱਖ ਸੁੱਖ ਦੇ ਸਮਾਗਮ ਚੱਲਦੇ ਆ, ਤਾਂ ਗ੍ਰੰਥੀ ਸਿੰਘ ਆਪਣਾ ਬਹੁਤ ਵੱਡਾ ਯੋਗਦਾਨ ਅਦਾ ਕਰਦੇ ਆ, ਅਰਦਾਸ ਕਰਦੇ ਆ, ਬਾਣੀ ਪੜ੍ਹਦੇ ਆ। ਪਰ ਮੌਜੂਦਾ ਸਮੇਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਪਹਿਲਾਂ ਸਭ ਤੋਂ ਵੱਡੀ ਚੀਜ਼ ਤਾਂ ਵੀ ਸਾਨੂੰ ਗ੍ਰੰਥੀ ਸਿੰਘ ਦਾ ਅਹੁਦਾ ਸਮਝਣ ਦੀ ਲੋੜ ਆ, ਸਤਿਕਾਰ ਸਮਝਣ ਦੀ ਲੋੜ ਆ ਕਿ ਅਸੀਂ ਕੀ ਕਰਨਾ ਅਤੇ ਕਿਵੇਂ ਕਰਨਾ ਉਹਨਾਂ ਦਾ ਜੀ। ਆਪਾਂ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਹੁੰਦਾ ਜੀ, ਅਤੇ ਬਾਬਾ ਬੁੱਢਾ ਜੀ ਉੱਥੇ ਉਹ ਸੇਵਾ ਨਿਭਾਉਂਦੇ ਨੇ, ਪਹਿਲੇ ਹੈਡ ਗ੍ਰੰਥੀ ਦੀ ਡਿਊਟੀ ਉਹ ਕਰਦੇ ਨੇ। ਸੋ ਕਿੰਨੀ ਇੱਕ ਮਾਣ ਅਤੇ ਸਤਿਕਾਰ ਵਾਲੀ, ਅਤੇ ਗੁਰੂ ਦਾ ਵਜ਼ੀਰ ਕਿਹਾ ਜਾਂਦਾ। ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗੁਰੂ ਦੇ ਵਜ਼ੀਰ ਦੇ ਹਾਲਾਤ ਕੁਛ ਇੱਦਾਂ ਦੇ ਨੇ ਵੀ ਗੁਰੂ ਦੇ ਵਜ਼ੀਰ ਆਪਣੇ ਮੂੰਹੋਂ ਕਹਿਣ ਲੱਗ ਗਏ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਹੀ ਨਹੀਂ ਪਾਉਣਾ। ਹੁਣ ਇਹੋ ਜਿਹੇ ਕੀ ਹਾਲਾਤ ਬਣ ਗਏ ਨੇ, ਕਿਉਂ ਇੱਦਾਂ ਦੇ ਹਾਲਾਤ ਬਣ ਗਏ ਨੇ? ਸਾਨੂੰ ਇਹ ਸਭ ਕੁਝ ਘੋਖਣ ਦੀ ਲੋੜ ਆ, ਕੌਮ ਨੂੰ ਇਹਦੇ 'ਤੇ ਸੁਹਿਰਦ ਹੋਣ ਦੀ ਲੋੜ ਆ, ਸਿਰ ਜੁੜਨ ਦੀ ਲੋੜ ਆ। ਅਤੇ ਜੇਕਰ ਮੈਨੂੰ ਲੱਗਦਾ ਵੀ ਆਪਾਂ ਅੱਜ ਨਾ ਇਸ ਚੀਜ਼ ਨੂੰ ਸਮਝਿਆ, ਨਾ ਇਹਦੇ 'ਤੇ ਵਿਚਾਰ ਕੀਤੀ ਅਤੇ ਹੱਲ ਨਾ ਕੀਤਾ, ਸ਼ਾਇਦ ਆਉਣ ਵਾਲੇ ਸਮੇਂ ਸਾਨੂੰ ਅਖੰਡ ਪਾਠ ਸਾਹਿਬ ਕਰਾਉਣ ਦੇ ਵਾਸਤੇ ਜਾਂ ਸਾਡੀਆਂ ਜਿਹੜੀਆਂ ਗੁਰਸਿੱਖ ਰਹੁ ਰੀਤਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਕੋਈ ਚੜ੍ਹਦੀ ਕਲਾ ਵਾਲਾ ਗ੍ਰੰਥ ਸਿੰਘ ਲੱਭਣਾ ਮੁਸ਼ਕਿਲ ਹੋ ਜਾਊਗਾ ਜੀ। ਅਕਾਲ ਤਖਤ ਸਾਹਿਬ ਦੀ ਬਹੁਤ ਵੱਡੀ ਭੂਮਿਕਾ ਸਿੱਖ ਧਰਮ ਦੇ ਅੰਦਰ ਹੈ। ਕੀ ਲੱਗਦਾ ਹੈ ਕਿ ਕਦੇ ਅਕਾਲ ਤਖਤ ਸਾਹਿਬ ਤੋਂ ਇਸ ਤਰ੍ਹਾਂ ਦੇ ਹੁਕਮ ਜਾਰੀ ਹੋ ਸਕਦੇ ਹੈ ਜਿਹਦੇ ਵਿੱਚ ਗ੍ਰੰਥੀ ਸਿੰਘਾਂ ਦੀ ਜਾਂ ਪਾਠੀ ਸਿੰਘਾਂ ਦੀ ਜਿਹੜੀ ਮਹੀਨਾਵਾਰ ਤਨਖਾਹ ਆ ਉਹ ਨਿਯਤ ਕੀਤੀ ਜਾਣੀ ਚਾਹੀਦੀ ਹੈ? ਕਦੇ ਇਸ ਤਰ੍ਹਾਂ ਦਾ ਕੋਈ ਮਸਲਾ ਉੱਠਦਾ ਹੈ ਜਾਂ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇ? ਅੱਜ ਤੱਕ ਨਹੀਂ ਆਇਆ ਜੀ, ਨਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ। ਈਵਨ ਜਿਹੜੇ ਉੱਥੇ ਡਿਊਟੀਆਂ ਕਰਦੇ ਨੇ
ਉਹਦੇ ਵਿੱਚ ਵੀ ਪਿੱਛੇ ਜੇ ਕਾਫੀ ਮੇਰੇ ਕੋਲ ਸੰਬੰਧਿਤ ਨੌਜਵਾਨ ਸਿੰਘ ਪਹੁੰਚੇ ਜਿਹੜੇ ਕੱਚੇ ਤੌਰ ਦੇ ਉੱਤੇ ਡਿਊਟੀਆਂ ਲਾਉਂਦੇ ਨੇ ਕਿ ਉਹਨਾਂ ਦੀ ਜਿਹੜੀ ਭੇਟਾ ਵਾ ਉਹ ਵੀ ਪ੍ਰੋਪਰ ਉਹਨਾਂ ਨੂੰ ਨਹੀਂ ਮਿਲਦੀ। ਕਈਆਂ ਥਾਵਾਂ 'ਤੇ ਜਿਹੜੇ ਤਾਂ ਵੱਡੇ ਅਸਥਾਨ ਨੇ ਜਾਂ ਛੋਟੇ ਅਸਥਾਨ ਨੇ ਐਸਜੀਪੀਸੀ ਦੇ ਅਧੀਨ ਲੜੀਆਂ ਚੱਲਦੀਆਂ ਨੇ, ਉੱਥੇ ਵੀ ਭੇਟਾਵਾਂ ਦਾ ਬੜਾ ਰੌਲਾ। ਜਿਵੇਂ ਕੋਈ 7500 ਰੁਪਇਆ ਭੇਟਾ ਵਾ ਐਗਜ਼ਾਮਪਲ, ਅਤੇ ਉਹਨਾਂ ਨੂੰ 6500 ਮਿਲਦੀ ਹੈ ਜਾਂ 6000 ਮਿਲਦੀ ਆ। ਜਿਹੜੇ ਪ੍ਰਬੰਧਕ ਨੇ ਉਹ ਖਾਈ ਜਾਂਦੇ ਨੇ। ਇੱਦਾਂ ਦੀਆਂ ਵੀ ਚੀਜ਼ਾਂ ਸਾਹਮਣੇ ਆਈਆਂ ਨੇ। ਜਿਹੜੀ ਤੁਸੀਂ ਸਵਾਲ ਕੀਤਾ ਵਾ, ਮੈਨੂੰ ਲੱਗਦਾ ਵੀ ਇਹ ਬਹੁਤ ਜ਼ਰੂਰੀ ਆ ਅਤੇ ਇਹਦੇ 'ਤੇ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਦ ਹੋਣ ਦੀ ਲੋੜ ਆ, ਉੱਥੇ ਸਾਡੀ ਸਰਮੌਰ ਸੰਸਥਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨੂੰ ਸਿਰਦ ਹੋਣ ਦੀ ਬਹੁਤ ਜ਼ਿਆਦਾ ਲੋੜ ਆ। ਕਿਉਂਕਿ ਜੇ ਅਸੀਂ ਨਹੀਂ ਹੁੰਦੇ, ਹੁਣ ਤੁਸੀਂ ਲੈ ਲਓ ਵੀ ਇੱਕ ਪਾਠੀ ਦੀ ਪਿੰਡ ਦੇ ਵਿੱਚ ਗ੍ਰੰਥੀ ਦੀ ਡਿਊਟੀ ਜਿਹੜੀ ਆ ਉਹ 24 ਘੰਟੇ ਦੀ ਹੁੰਦੀ ਗੁਰੂ ਘਰ ਦੀ, ਹੈ ਨਾ। ਸਵੇਰੇ ਸ਼ਾਮ ਨਿਤਨੇਮ ਕਰਨਾ, ਉਹਨੇ ਪ੍ਰਬੰਧ ਵੀ ਦੇਖਣਾ, ਹਰ ਚੀਜ਼ ਦਾ ਧਿਆਨ ਰੱਖਣਾ। ਤਨਖਾਹ ਕਿੰਨੀ ਹੁੰਦੀ ਆ? ਬਸ 2500 ਰੁਪਈਆ ਕਿਸੇ ਦੀ। ਜ਼ਿਆਦਾਤਰ ਤਨਖਾਹ 2500 ਤਾਂ ਬਹੁਤ, ਮੈਂ ਸ਼ਾਇਦ ਲੱਗਦਾ ਜ਼ਿਆਦਾ ਕਹਿਤੀ, ਬਹੁਤਾਂਤ ਵੀ ਤਨਖਾਹਾਂ ਹੀ ਨਹੀਂ ਹੈਗੀਆਂ ਉੱਥੇ। ਉਹ ਗਰਾਹੀ ਦੇ ਉੱਤੇ ਹੀ ਸਿਸਟਮ ਟਿਕਦਾ ਹੈ। ਹੁਣ ਦੱਸੋ ਵੀ ਜਿਹੜੇ ਪਰਿਵਾਰ ਜਿਹਦੀਆਂ 2 ਬੱਚੇ ਹੋਣਗੇ, ਇੱਕ ਬੇਟੀ ਮੰਨ ਲਓ ਜਾਂ ਇੱਕ ਬੇਟਾ ਹੋਊਗਾ, ਉਹਨਾਂ ਨੇ ਪੜ੍ਹਾਉਣੇ ਵੀ ਆ, ਆਰਥਿਕ ਲੋੜਾਂ ਵੀ ਨੇ, ਕੋਈ ਮੈਡੀਕਲ ਦੀ ਵੀ ਲੋੜ ਪੈਂਦੀ ਆ, ਆਉਣ ਜਾਣ ਵੀ ਹੋਊਗਾ। ਸੋ ਉਹ 2500 ਰੁਪਈਏ ਦੇ ਵਿੱਚ ਉਹ ਕਿਹੜਾ ਗੁਜ਼ਾਰਾ ਕਰੂਗਾ? 2500 ਦਾ ਮੈਂ ਅੱਜ ਕੱਲ੍ਹ ਦੁੱਧ ਦਾ ਖਰਚਾ ਹੀ ਆ ਜਾਂਦਾ ਇੱਕ ਆਮ ਘਰ ਦਾ। ਸੋ ਇਹ ਕਿਤੇ ਨਾ ਕਿਤੇ ਸਾਡੇ ਵਾਸਤੇ ਬਹੁਤ ਮਾੜੀ ਗੱਲ ਆ। ਦੂਸਰਾ, ਗੁਰੂ ਘਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਲੋਕਲ, ਉਹਦੇ ਵਿੱਚ ਬਹੁਤ ਜ਼ਿਆਦਾ ਗੰਧਲਾਪਣ ਹੈਗਾ। ਕਿਉਂਕਿ ਬਹੁਤਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਨੇ ਉਹ ਪਤਤ ਨੇ ਜਾਂ ਸ਼ਰਾਬੀ ਕਬਾਬੀ ਨੇ। ਚੌਧਰਾਂ ਦੀ ਖਾਤਰ ਉਹਨਾਂ ਨੇ ਕਮੇਟੀਆਂ ਬਣਾਈਆਂ ਹੋਈਆਂ ਨੇ। ਚੌਧਰਾਂ ਦੀ ਲੜਾਈ ਆ ਉੱਥੇ, ਅਤੇ ਪਾਠੀ ਸਿੰਘ ਨੂੰ ਤਾਂ ਇੱਕ ਐਂ ਰੱਖਦੇ ਨੇ ਜਿਵੇਂ ਕਿ ਨੌਕਰ ਰੱਖਿਆ ਹੁੰਦਾ, ਜਦ ਕਿ ਗੁਰੂ ਦਾ ਵਜ਼ੀਰ ਆ ਅਤੇ ਬਹੁਤ ਵੱਡਾ ਅਹੁਦਾ ਅਤੇ ਬੜਾ ਸਤਿਕਾਰਯੋਗ ਆ। ਪਰ ਇੱਥੇ ਮੇਰੇ ਕੋਲ ਬਹੁਤ ਇਹੋ ਜਿਹੇ ਕੇਸ ਆਉਂਦੇ ਨੇ ਕਿ ਪਾਠੀ ਸਿੰਘਾਂ ਨਾਲ ਬਹੁਤ ਗੰਦਾ ਟਰੀਟ ਕੀਤਾ ਜਾਂਦਾ ਕਮੇਟੀਆਂ ਦੇ ਵੱਲੋਂ। ਬਹੁਤ ਮਸਲੇ ਅਸੀਂ ਹੱਲ ਵੀ ਚਲੋ ਮਹਾਰਾਜ ਕਰਵਾਉਂਦੇ ਨੇ ਸਾਡੇ ਕੋਲੋਂ, ਪਰ ਅਸੀਂ ਜਿੰਨਾ ਕਰ ਸਕਦੇ ਹਾਂ ਕਰ ਰਹੇ। ਪਰ ਇਹ ਤਾਂ ਬਹੁਤ ਵੱਡੀ ਖੇਡ ਆ, ਬਹੁਤ ਵੱਡਾ ਪੰਜਾਬ 12000 ਸਮਥਿੰਗ ਉੱਪਰ ਪਿੰਡ ਆ। ਫਿਰ ਸਾਡੇ ਸਭ ਤੋਂ ਵੱਡੀ ਇੱਕ ਹੋਰ ਜਿਹੜੀ ਘਾਟ ਆ ਗਈ ਆ, ਮੈਨੂੰ ਲੱਗਦਾ ਸਾਡੇ ਵਿੱਚ ਬਹੁਤ ਨੁਕਸਾਨਦਾਇਕ ਆ ਪੰਥ ਦੇ ਵਿੱਚ, ਕਿ ਹਰ ਪਿੰਡ ਦੇ ਵਿੱਚ 4-4 5-5 ਗੁਰੂ ਘਰ ਬਣ ਗਏ ਨੇ, ਜੋ ਕੋਈ ਜਾਤਾਂ ਪਾਤਾਂ ਦੇ ਨਾਂ 'ਤੇ ਬਣ ਗਏ ਨੇ, ਅਤੇ ਕੁਛ ਸਾਡੀਆਂ ਚੌਧਰਾਂ ਨੇ ਬਣਾ ਲਏ। ਮੰਨ ਲਓ ਜਿਹੜੀ ਕਮੇਟੀ ਪਹਿਲਾਂ ਸੀ ਗੁਰੂ ਘਰ ਦੀ, ਉਹ ਖੰਡਿਤ ਹੋ ਗਈ, ਭਜਾ ਦਿੱਤੀ ਗਈ। ਉਸ ਕਮੇਟੀ ਨੇ ਆਪਣੀ ਗੋ ਦੇ ਵਿੱਚ ਆਪਣੀ ਪੱਤੀ ਵੱਖਰਾ ਗੁਰੂ ਘਰ ਬਣਾ ਲਿਆ। ਇੱਥੇ ਸਾਡੇ ਲਾਗੇ ਲਾਗੇ ਬਹੁਤ ਪਿੰਡ ਨੇ, ਪੱਤੀਆਂ ਦੇ ਹਿਸਾਬ ਨਾਲ ਨੇ ਪਿੰਡ, ਕੁਛ ਪਿੰਡ ਵੱਡੇ ਨੇ, ਅਤੇ ਉੱਥੇ ਗੁਰੂ ਘਰ ਇੰਨੇ ਕੁ ਜ਼ਿਆਦਾ ਨੇ ਵੀ ਤੁਸੀਂ ਸਮਝ ਨਹੀਂ ਸਕਦੇ ਵੀ ਜੋ ਸਪੀਕਰ ਲੱਗੇ ਹੁੰਦੇ ਨੇ, ਰਹਿਰਾ ਸਾਹਿਬ ਦੀ ਸਮਝ ਨਹੀਂ ਆਉਂਦੀ ਵੀ ਕਿਹੜਾ ਨਿਤਨੇਮ ਕਿਹੜਾ ਕਰ ਰਿਹਾ। ਇੱਥੇ ਇਹ ਚੀਜ਼ ਸਮਝਣ ਦੀ ਲੋੜ ਆ ਕਿ ਸਾਨੂੰ ਸਿਸਟਮ ਇੱਦਾਂ ਦਾ ਬਣਾਉਣ ਦੀ ਲੋੜ ਆ। ਗੁਰੂ ਸਾਹਿਬ ਜੀ ਦਾ ਸਤਿਕਾਰ ਕਾਇਮ ਕਰਨ ਦੀ ਲੋੜ ਆ। ਪਾਠੀ ਸਿੰਘ ਇਕੱਲਾ ਸਵੇਰੇ ਚੌਰ ਲੈ ਕੇ ਆਪ ਹੀ ਪ੍ਰਕਾਸ਼ ਕਰ ਰਿਹਾ ਹੁੰਦਾ, ਆਪ ਹੀ ਸੰਤੋਖ ਰਿਹਾ ਹੁੰਦਾ, ਨਾ ਉੱਥੇ ਕਮੇਟੀ ਹੁੰਦੀ ਹੈ ਨਾ ਸੰਗਤ, ਕਿਉਂਕਿ ਸੰਗਤ ਵੀ ਵੰਡੀ ਜਾਂਦੀ ਆ ਜਦੋਂ ਗੁਰੂ ਘਰ ਬਣ ਜਾਂਦੇ ਨੇ ਆਪੋ ਆਪਣੀਆਂ ਸਿਸਟਮ ਦੇ ਵਿੱਚ। ਅਤੇ ਤੁਸੀਂ ਵੀ ਜਾਣਦੇ ਹੋ ਕਿੰਨੇ ਕੁ ਲੋਕ ਨੇ ਜਿਹੜੇ ਗੁਰੂ ਘਰਾਂ 'ਚ ਜਾਂਦੇ ਨੇ, ਕਿੰਨੇ ਕੁ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਗੁਰੂ ਘਰਾਂ 'ਚ ਲੈ ਕੇ ਜਾਂਦੇ ਨੇ। ਉਹ ਸੰਗਰਾਂਦੀ ਸਿੱਖ ਜ਼ਿਆਦੇ ਨੇ, ਆਪਣੇ ਮੱਸੇ ਵਾਲੇ ਸਿੱਖ ਜ਼ਿਆਦੇ ਨੇ, ਜਾਂ ਗੁਰੂਪੁਰਬ ਆ ਗਿਆ ਫਿਰ ਚਲ ਜਾਂਦੇ ਨੇ, ਅਤੇ ਦੁਨਿਆਵੀ ਲੋੜਾਂ 'ਚ ਗਲਤਾਨ ਆ ਆਪਾਂ ਸਾਰੇ। ਸੋ ਕਿਤੇ ਨਾ ਕਿਤੇ ਸਾਨੂੰ ਇਹ ਸਾਰਾ ਵਰਤਾਰਾ ਇਹਨੂੰ ਸਮਝਣ ਦੀ ਲੋੜ ਆ, ਸਮਝ ਕੇ ਇਹਦਾ ਹੱਲ ਕਰਨ ਦੀ ਲੋੜ ਆ। ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਕਿ ਜਦੋਂ ਆਮ ਕਰਕੇ ਲੜੀਆਂ ਚੱਲਦੀਆਂ ਆ ਤਾਂ ਜਿਹੜੇ ਪ੍ਰਬੰਧਕ ਕਮੇਟੀ ਹੁੰਦੀ ਆ ਜਾਂ ਜ਼ਿੰਮੇਵਾਰ ਸੱਜਣ ਹੁੰਦੇ ਆ, ਉਹ 10-12-15 ਹਜ਼ਾਰ ਸੰਗਤ ਕੋਲੋਂ ਪੈਸੇ ਲੈਂਦੇ ਆ। ਅੱਗੇ ਘੱਟ ਭੇਟਾਂ 'ਤੇ ਜਿਹੜੇ ਆ ਪਾਠੀ ਰੱਖੇ ਜਾਂਦੇ ਆ। ਇੱਕ ਪਾਸੇ ਅਸੀਂ ਕਹਿੰਦੇ ਆ ਕਿ ਹੱਕ ਪਰਾਇਆ ਨਾਨਕਾ ਸੂਆ ਰੁਸ ਗਾਏ, ਦੂਜੇ ਪਾਸੇ ਅਸੀਂ ਜਿਹੜੇ ਆ ਉਹਨਾਂ ਦੇ ਹੱਕ ਖੋਹ ਕੇ ਅਸੀਂ ਆਪਣੇ ਬੜੀ ਐਸ਼ ਭਰੀ ਜ਼ਿੰਦਗੀ ਜਿਉਂਦੇ ਹਾਂ, ਵੱਖ-ਵੱਖ ਲੰਗਰ ਲਾ ਕੇ ਲੋਕਾਂ ਨੂੰ ਦਿਖਾਵਾ ਕਰਦੇ ਹਾਂ। ਕਿ ਫਿਰ ਸਾਡੇ ਵਾਸਤੇ ਇਸ ਤੋਂ ਵੱਡੀ ਹਰਾਮਜ਼ਾਦਗੀ ਹੋਰ ਕੀ ਹੋ ਸਕਦੀ ਹੈ? ਬਿਲਕੁਲ ਨਾ, ਗੁਰੂ ਸਾਹਿਬ ਨੇ ਤੁਸੀਂ ਜਿਹੜੀ ਪਵਿੱਤਰ ਗੁਰਬਾਣੀ ਦੀ ਪੰਕਤੀ ਦਾ ਵਰਣਨ ਕੀਤਾ ਕਿ ਹੱਕ ਪਰਾਇਆ ਨਾਨਕਾ ਉਸ ਗਾਏ, ਗੁਰਪੀਰ ਹਮਾ ਤਾਂ ਪ੍ਰਜਾ ਮੁਰਦਾਰ ਨਾ ਖਾਏ। ਪਰ ਇਹ ਚੀਜ਼ ਨੂੰ ਇੱਕ ਤਾਂ ਹੁੰਦਾ ਵਾ ਵੀ ਤੁਸੀਂ ਕੋਈ ਚੀਜ਼ ਬੋਲਦੇ ਹੋ, ਪੜ੍ਹਦੇ ਹੋ, ਉਹਨੂੰ ਅਡੋਪਟ ਕਰਦੇ ਹੋ। ਇੱਕ ਹੁੰਦਾ ਤੁਸੀਂ ਸਿਰਫ ਪੜ੍ਹਦੇ ਹੋ, ਸੁਣਦੇ ਹੋ ਅਤੇ ਉਹਨੂੰ ਸਿਰਫ ਵਰਤਦੇ ਹੋ। ਜਿਵੇਂ ਬਹੁਤਾਂਤ 'ਚ ਆਪਾਂ ਵੇਖਦੇ ਨਾ, ਨੇਤਾ ਲੋਕ ਨੇ ਜਿਹੜੇ ਜਦੋਂ ਰੈਲੀਆਂ ਵਿੱਚ ਸੰਬੋਧਨ ਕਰਦੇ ਨੇ ਅਤੇ ਗੁਰਬਾਣੀ ਦੀਆਂ ਪੰਕਤੀਆਂ ਦਾ ਯੂਜ਼ ਕਰਦੇ ਨੇ, ਵਰਣਨ ਕਰਦੇ ਨੇ, ਉਹ ਇੱਕ ਜਿਹਨੂੰ ਨੀਵਾਂ ਦਿਖਾਉਣ ਦੇ ਵਾਸਤੇ ਕਈ ਵਾਰੀ ਕਰ ਲੈਂਦੇ ਨੇ। ਸੋ ਇੱਥੇ ਵੀ ਹਾਲਾਤ ਕੁਛ ਇੱਦਾਂ ਦੇ ਬਣੇ ਨੇ। ਅਸੀਂ ਗੁਰਬਾਣੀ ਪੜ੍ਹਦੇ ਜ਼ਰੂਰ ਹਾਂ, ਪਰ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਿਹੜੀ ਸਾਡੀ ਕੋਸ਼ਿਸ਼ ਹੈ ਨਾ, ਉਹ ਬਹੁਤ ਘੱਟ ਆ। ਧੰਦਾ ਬਣਾ ਲਿਆ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਨਸੈਪਟ ਹੋਰ ਦਿੱਤਾ ਸੀ, ਸਮਝਾਇਆ ਕੁਛ ਹੋਰ ਸੀਗਾ। ਅਤੇ ਜਿਸ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਪਾਠੀ ਸਿੰਘਾਂ ਦੇ ਵਿਸ਼ੇ ਦੇ ਉੱਤੇ, ਉੱਥੇ ਹਾਲਾਤ ਇੰਨੇ ਮਾੜੇ ਨੇ ਵੀ ਬਹੁਤਾਂਤ ਵਿੱਚ ਪਾਠੀ ਸਿੰਘਾਂ ਦੇ ਘਰ ਨਹੀਂ ਹੈਗੇ। ਕਈਆਂ ਦੇ ਕੋਲ ਤਾਂ ਘਰ ਹੀ ਨਹੀਂ ਹੈਗੇ, ਛੱਤਾਂ ਹੀ ਨਹੀਂ ਹੈਗੀਆਂ, ਉਹ ਤਾਂ ਗੁਰੂ ਘਰਾਂ ਦੇ ਵਿੱਚ ਹੀ ਰਹਿ ਰਹੇ ਨੇ। ਉੱਥੇ ਜ਼ਿੰਦਗੀਆਂ ਲੰਘ ਜਾਂਦੀਆਂ ਨੇ 20-30 ਸਾਲ। ਗਾਂ ਬੱਚੇ ਨੇ ਜਿਹੜੇ ਉਹ ਵਿਚਾਰੇ ਪੜ੍ਹ ਨਹੀਂ ਪਾਉਂਦੇ ਚੰਗੀ ਤਰ੍ਹਾਂ, ਵੈਲ ਐਜੂਕੇਟਡ ਨਹੀਂ ਹੋ ਪਾਉਂਦੇ, ਫਿਰ ਉਹ ਰੁਲਦੇ ਫਿਰਦੇ ਨੇ, ਕੋਈ ਦਿਹਾੜੀਆਂ ਲਾਉਂਦਾ ਫਿਰਦਾ, ਜਾਂ ਫਿਰ ਕੋਈ ਪਤਤ ਹੋ ਜਾਂਦੇ ਨੇ, ਕਈ ਨਸ਼ਿਆਂ 'ਚ ਗਲਤਾਨ ਹੋ ਜਾਂਦੇ ਨੇ। ਇਸ ਕਰਕੇ ਸਿਰਫ ਇੱਥੇ ਰਾਗੀ ਸਿੰਘਾਂ ਦੀ ਹੀ ਗੱਲ ਨਹੀਂ ਹੈਗੀ, ਇੱਥੇ ਪ੍ਰਚਾਰਕ ਸਭਿਆਨ ਨੇ, ਢਾਡੀ ਸਿੰਘ ਨੇ, ਕਵੀਸ਼ਰ ਨੇ, ਰਾਗੀ ਸਿੰਘ ਨੇ, ਬਹੁਤਾਂਤ ਵਿੱਚ ਨੇ, ਜਿਨ੍ਹਾਂ ਦਾ ਨਾਮ ਬਣ ਜਾਂਦੇ ਨੇ।
ਜਿਹੜੇ ਤਾਂ ਕੋਈ ਚੰਗੇ ਸਥਾਨ 'ਤੇ ਡਿਊਟੀ ਕਰ ਲੈਂਦੇ ਨੇ ਉਹਨਾਂ ਤੋਂ ਗੁਰੂ ਸਾਹਿਬ ਚਲੋ ਕਿਰਪਾ ਕਰ ਦਿੰਦੇ ਨੇ, ਬਹੁਤਾਂ 'ਚ ਮਾਇਆ ਖੁੱਲ੍ਹੀ ਆਉਣ ਲੱਗ ਜਾਂਦੀ ਆ, ਪ੍ਰੋਗਰਾਮ ਮਿਲਣ ਲੱਗ ਜਾਂਦੇ ਨੇ। ਅਤੇ ਬਹੁਤਾਂ ਵਿੱਚ ਇਹੋ ਜਿਹੇ ਰਾਗੀ ਸਿੰਘ ਵੀ ਨੇ ਜਿਹੜੇ ਤਰਸਦੇ ਫਿਰਦੇ ਨੇ ਪ੍ਰੋਗਰਾਮਾਂ ਨੂੰ। ਇਹ ਵੀ ਸਾਨੂੰ ਮੈਨੂੰ ਲੱਗਦਾ ਸਾਡੀ ਕੌਮ 'ਚ ਬੜੀ ਵੱਡੀ ਘਾਟ ਆ। ਅਸੀਂ ਇੱਕ ਜਥਾ ਕੋਈ ਲਿਆਉਂਦੇ ਹਾਂ, ਕੋਈ ਜਥਾ ਲਾ ਲਓ ਜਿਹੜਾ ਮਸ਼ਹੂਰ ਜ਼ਿਆਦਾ, ਉਹਦੀ ਭੇਟਾ 51,000 ਰੁਪਈਆ ਵੀ ਆ, ਅਤੇ ਇੱਕ ਜਿਹੜਾ 5100 ਨੂੰ ਵੀ ਤਰਸ ਰਿਹਾ। ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਕਾਣੀ ਵੰਡ ਹੈ, ਦੋਹਰਾ ਮਾਪਦੰਡ ਆ, ਸਾਨੂੰ ਉਹ ਵੀ ਸਮਝਣ ਦੀ ਲੋੜ ਆ। ਅਸੀਂ ਇਕੁਅਲ ਰੱਖੀਏ ਸਾਰਾ ਕੁਛ। ਹਰ ਇੱਕ ਗ੍ਰੰਥੀ ਦਾ ਸਤਿਕਾਰ ਓਨਾ ਹੀ ਆ ਜਿੰਨਾ ਕਿਸੇ ਫੇਮਸ ਰਾਗੀ ਸਿੰਘ ਦਾ ਵਾ ਜਾਂ ਕਿੰਨਾ ਕਿਸੇ ਫੇਮਸ ਢਾਡੀ ਦਾ ਵਾ। ਸੋ ਇਹ ਵਰਤਾਰਾ ਸਾਡੇ ਆਮ ਲੋਕਾਂ ਦੇ ਵਿੱਚ ਵੀ ਗਲਤ ਵਰਤ ਰਿਹਾ। ਸਾਡੀ ਵੀ ਸੌੜੀ ਸੋਚ ਆ, ਸਾਨੂੰ ਬਦਲਣ ਦੀ ਲੋੜ ਆ। ਅਕਾਲੀ ਜੀ, ਇੱਕ ਸਵਾਲ ਹੈ ਕਿ ਇਸ ਵਕਤ ਜੇ ਗੱਲਬਾਤ ਕੀਤੀ ਜਾਵੇ ਤਾਂ ਕਿਸਾਨ ਐਜੀਟੇਸ਼ਨ ਚੱਲ ਰਿਹਾ ਆ। ਜਿਹੜੇ ਕਿਰਤੀ ਲੋਕ ਹੈ ਉਹਨਾਂ ਨੇ ਦਿੱਲੀ ਦਰਬਾਰ ਦੇ ਮੂਹਰੇ ਧਰਨਾ ਲਾਇਆ ਆ, ਹੱਕ ਮੰਗ ਰਹੇ ਆ, ਪਰ ਦੂਜੇ ਪਾਸੇ ਗੁਰਦੁਆਰਿਆਂ ਦੇ ਮੂਹਰੇ ਜਿਹੜੇ ਗਰੀਬ ਪਾਠੀ ਆ ਉਹਨਾਂ ਨੂੰ ਧਰਨਾ ਲਾ ਕੇ ਬੈਠਣਾ ਪੈਂਦਾ ਆ। ਫਿਰ ਕਿਸ ਤਰ੍ਹਾਂ ਦੀ ਆਸ ਕੀਤੀ ਜਾਵੇ ਕਿ ਜਿਹੜਾ ਭਵਿੱਖ ਹੈ ਉਹ ਗ੍ਰੰਥੀ ਸਿੰਘਾਂ ਦਾ ਜਾਂ ਗੁਰੂ ਦੀ ਬਾਣੀ ਪੜ੍ਹਨ ਵਾਲੇ ਜਿਹੜੇ ਪਾਠੀ ਸਿੰਘ ਆ ਉਹਨਾਂ ਦਾ ਕਿਸ ਤਰ੍ਹਾਂ ਦਾ ਭਵਿੱਖ ਉਜਵਲਾ ਹੋਵੇਗਾ? ਬਿਲਕੁਲ, ਆ ਤੁਸੀਂ ਜਿਹੜੀ ਗੱਲ ਕੀਤੀ ਹੈ, ਮੈਨੂੰ ਪਿਛਲੇ ਦਿਨ ਹੀ ਕੁਝ ਪਾਠੀ ਸਿੰਘ ਮਿਲੇ ਸੀਗੇ ਇੱਥੇ, ਰੈਲੀ ਦੇ ਵਿੱਚ ਆਏ ਸੀ। ਉਹਨਾਂ ਨੇ ਮੈਨੂੰ ਗੁਹਾਰ ਲਾਈ ਸੀ, ਕਹਿੰਦੇ ਕਿ ਤੁਸੀਂ ਸੇਵਾ ਕਰਦੇ ਹੋ। ਸਾਡਾ ਮਸਲਾ ਇਸ ਤਰ੍ਹਾਂ ਹੋਵੇ ਕਿ ਅਸੀਂ ਸਾਡੀਆਂ ਡਿਊਟੀਆਂ ਕੱਟ ਦਿੱਤੀਆਂ ਗਈਆਂ ਨੇ ਮੈਨੇਜਰ ਦੇ ਵੱਲੋਂ। ਸ਼੍ਰੋਮਣੀ ਕਮੇਟੀ ਦਾ ਮੈਨੇਜਰ ਆ ਜਿਹੜਾ ਸਥਾਨ ਆ, ਮੈਂ ਉਸ ਸਥਾਨ ਦਾ ਚਲੋ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਪਵਿੱਤਰ ਸਥਾਨ ਆ, ਕਿਉਂਕਿ ਆਪਾਂ ਮੁੱਦਾ ਵਿਵਾਦਤ ਨਹੀਂ ਬਣਾਉਣਾ ਚਾਹੁੰਦੇ। ਅਸੀਂ ਉਹਦਾ ਹੱਲ ਕਰ ਰਹੇ ਹਾਂ, ਚਲੋ ਅਜੇ ਉਹ ਅਸੀਂ ਪੈਂਡਿੰਗ ਦੇ ਵਿੱਚ ਆ। ਅਤੇ ਉਸ ਮੈਨੇਜਰ ਨੇ ਡਿਊਟੀ ਇਸ ਕਰਕੇ ਕੱਢਤੀ ਕਿ ਜਿਹੜੇ ਪਾਠੀ ਸਿੰਘ ਸੀ, ਕੱਚੇ ਪਾਠੀ ਡਿਊਟੀ ਕਰਦੇ ਸੀ, ਉਹ ਮੈਨੇਜਰ ਦੇ ਅਨੁਸਾਰ ਨਹੀਂ ਸੀ ਚੱਲਦੇ। ਜਿਵੇਂ ਮੈਨੇਜਰ ਕਹਿੰਦਾ ਸੀ ਉੱਦਾਂ ਨਹੀਂ ਸੀ ਚੱਲਦੇ। ਜਦ ਕਿ ਜਿਹੜਾ ਕੰਮ ਮੈਨੇਜਰ ਕਰਨ ਨੂੰ ਕਹਿੰਦਾ ਸੀਗਾ ਉਹ ਉਹਨਾਂ ਦੇ ਕੰਮ ਦੇ ਵਿੱਚ ਨਹੀਂ ਸੀ ਆਉਂਦਾ, ਪਰ ਉਹ ਫਿਰ ਵੀ ਕਰਦੇ ਸੀ ਐਜ ਏ ਸੇਵਾ ਸਮਝ ਕੇ। ਪਰ ਉਸ ਦੇ ਬਾਵਜੂਦ ਉਹਨਾਂ ਨੂੰ ਦਬਾਇਆ ਜਾਂਦਾ ਸੀਗਾ, ਡਿਊਟੀ ਕੱਟੀ ਜਾਂਦੀ ਸੀ, ਪੈਸੇ ਘੱਟ ਦਿੱਤੇ ਜਾਂਦੇ ਸੀਗੇ, ਬਹਾਨਾ ਲਾ ਕੇ ਪ੍ਰਰਾਰਥ ਕਿਸੇ ਨਾ ਕਿਸੇ ਤੰਗ ਕੀਤਾ ਜਾਂਦਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਵਿਰੋਧ ਕੀਤਾ ਅਤੇ ਉਹਨਾਂ ਦੀ ਡਿਊਟੀਆਂ 25-30 ਪਾਠੀਆਂ ਦੀ ਕੱਟਤੀਆਂ। ਉਹਨਾਂ ਦੀ ਰੁਜ਼ਗਾਰ ਉਹ ਚੱਲਦਾ ਹੈ ਨਾ, ਪਰਿਵਾਰ ਉਹਨਾਂ ਪਲਦਾ। ਹੁਣ ਇਹ ਜਿਹੜੀ ਤੁਸੀਂ ਗੱਲ ਕੀਤੀ ਵੀ ਭਵਿੱਖ ਕੀ ਬਣੂਗਾ, ਭਵਿੱਖ ਤਾਂ ਸਿੱਧਾ ਸਮਝ ਆਉਂਦਾ ਉਹਨਾਂ ਜੀ, ਕਿਉਂਕਿ ਜਿਹੜਾ ਕਾਰੋਬਾਰ ਮੰਨ ਲਓ ਬਾਪ ਨੇ ਖੋਲ੍ਹਿਆ, ਮੈਂ ਦੁਨਿਆਵੀ ਤੌਰ 'ਤੇ ਗੱਲ ਕਰਾਂ, ਜੇ ਉਹ ਕਾਰੋਬਾਰ ਨਹੀਂ ਚੱਲੂਗਾ ਤਾਂ ਸੁਭਾਵਿਕ ਤੌਰ 'ਤੇ ਬੱਚਾ ਉਹ ਕਾਰੋਬਾਰ ਨਹੀਂ ਕਰੂਗਾ, ਉਹ ਕੁਛ ਨਵਾਂ ਕਰਨ ਦੀ ਗੱਲ ਕਰੂਗਾ। ਅਤੇ ਅੱਜ ਤਾਂ ਸਾਡੀ ਮਾਨਸਿਕ ਨਸਲ ਕੁਛ ਕੀਤੀ ਜਾ ਰਹੀ ਆ। ਕਿੰਨੇ ਪਾਠੀ ਸਿੰਘਾਂ ਦੇ, ਰਾਗੀ ਸਿੰਘਾਂ ਦੇ ਬੱਚੇ ਨੇ ਜਿਹੜੇ ਗਾਉਣ ਵਾਲੇ ਪਾਸੇ ਤੁਰ ਪਏ, ਆ ਜਿਹੜਾ ਕੰਜਰਖਾਨਾ ਕਰਨ ਵਾਲੇ ਬੰਨੇ ਤੁਰ ਪਏ। ਕਿਉਂ? ਕਿਉਂਕਿ ਪੈਸਾ ਜ਼ਿਆਦਾ। ਅਤੇ ਇੱਥੇ ਦੋ ਚੀਜ਼ਾਂ ਆ ਜਾਣੀਆਂ ਨੇ। ਹੁਣ ਕਈਆਂ ਨੇ ਇਹ ਵੀ ਸਵਾਲ ਕਰਨਾ ਜੀ ਆਪਾਂ ਕੀ ਇੰਨੇ ਕਮਜ਼ੋਰ ਹੋ ਗਏ ਹਾਂ ਸਿਧਾਂਤਕ ਤੌਰ 'ਤੇ, ਜੇ ਸਾਨੂੰ ਮਾਇਕ ਤੌਰ ਦੇ ਉੱਤੇ ਕੋਈ ਸਾਡਾ ਸਰਕਲ ਨਹੀਂ ਚੱਲਿਆ ਤਾਂ ਅਸੀਂ ਦੂਜਾ ਗਲਤ ਰਾਹ ਚੁਣ ਲਾਂਗੇ। ਗੱਲ ਇੱਥੇ ਵੀਰ ਜੀ ਵੀ ਸਿੱਖੀ 'ਚ ਪਰਪੱਕਤਾ ਜਿਹੜੀ ਆ ਨਾ ਉਹ ਸਮੇਂ ਅਨੁਸਾਰ ਆ। ਅੱਜ ਦਾ ਜਿਹੜਾ ਅਜੋਕਾ ਸਮਾਂ ਚੱਲ ਰਿਹਾ, ਸਾਡੇ 'ਚੋਂ ਪਰਪੱਕਤਾ ਨਹੀਂ ਹੈਗੀ, ਸਾਡੇ ਉਹ ਜੀਵਨ ਹੀ ਨਹੀਂ ਹੈਗੇ ਜਿਹੜੇ ਸਾਡੇ ਵਾਰਸਾਂ ਦੇ ਸਨ, ਜਿਹੜੇ ਕਾਨੂੰਨਾਂ ਦੀਆਂ ਛੰਭਾਂ 'ਚ ਰਹਿ ਕੇ ਵੀ ਗੁਰੂ ਸਾਹਿਬ ਦੇ ਹੁਕਮ ਦੇ ਅਨੁਸਾਰ ਭਾਣੇ 'ਚ ਜਿਉਂਦੇ ਸੀਗੇ। ਸੋ ਕਿਤੇ ਨਾ ਕਿਤੇ ਸਾਡੀ ਪਰਪੱਕਤਾ ਬਹੁਤ ਘੱਟ ਆ। ਸਾਡੇ ਜੀਵਨ ਦੇ ਵਿੱਚ ਜਿਹੜੀ ਸਾਡੀ ਜੀਵਨ ਜਾਂਚ ਆ, ਜੀਵਨ ਸ਼ੈਲੀ ਆ, ਉਹ ਕਿਤੇ ਨਾ ਕਿਤੇ ਵਿਗੜੀ ਹੋਈ ਆ। ਉਹਦਾ ਕਾਰਨ ਇਹ ਹੈ ਕਿ ਜਿਹੜੀ ਮਾਨਸਿਕ ਨਸਲਕੁਸ਼ੀ ਸਾਡੀ ਕੀਤੀ ਜਾ ਰਹੀ ਆ, ਉਹਦਾ ਸ਼ਿਕਾਰ ਅਸੀਂ ਹੋ ਰਹੇ ਹਾਂ, ਸਾਡੇ ਬੱਚੇ ਹੋ ਰਹੇ ਨੇ। ਆਪਾਂ ਗੱਲ ਹਮੇਸ਼ਾ ਕਰਦੇ ਹਾਂ ਕਿ RSS ਦੀ ਗੱਲ ਕਰਦੇ ਹਾਂ, ਸਿੱਖ ਵਿਰੋਧੀ ਤਾਕਤਾਂ ਦੀ ਗੱਲ ਕਰਦੇ ਹਾਂ। ਸਰਦਾਰ ਸਾਹਿਬ ਦੁਸ਼ਮਣ ਆ, ਦੁਸ਼ਮਣ ਨੇ ਤੁਹਾਨੂੰ ਖਤਮ ਕਰਨ ਦੇ ਵਾਸਤੇ ਹਰ ਹੀਲਾ ਵਰਤਣਾ, ਅਤੇ ਉਹ ਵਰਤ ਰਿਹਾ। ਬੇਸ਼ੱਕ ਉਹ RSS ਆ, ਪੰਥ ਵਿਰੋਧੀ ਤਾਕਤਾਂ ਨੇ, ਏਜੰਸੀਆਂ ਨੇ, ਕੋਈ ਵੀ ਆ, ਸਰਕਾਰਾਂ ਨੇ। ਸਵਾਲ ਇਹ ਪੈਦਾ ਕਰਦਾ ਕਿ ਦੁਸ਼ਮਣ ਜਿਹੜਾ ਤੁਹਾਡੇ 'ਤੇ ਅਟੈਕ ਕਰ ਰਿਹਾ, ਤੁਸੀਂ ਉਹਨੂੰ ਡਿਫੈਂਡ ਕਿੱਦਾਂ ਕਰਨਾ, ਤੁਸੀਂ ਬਚਾਅ ਕਿੱਦਾਂ ਕਰਨਾ। ਹੁਣ ਉਹ ਤਾਂ ਕਰ ਰਹੇ ਨੇ, ਤੁਹਾਡੀ ਮਾਨਸਿਕ ਨਸਲਕੁਸ਼ੀ ਸਰੀਰਕ ਉਹਨਾਂ ਨੇ ਕਰ ਲਈ, ਸਰੀਰਕ ਤਾਂ ਆਪਣੀ ਕਰ ਰਹੇ ਨੇ। ਪਹਿਲਾਂ ਉਹਨਾਂ ਨੇ 84 'ਚ ਕੀਤੀ, 47 'ਚ ਹੋਈ, 92-93 ਤੱਕ ਹੋਈ, ਹੁਣ ਵੀ ਜਾਰੀ ਆ। ਨੌਜਵਾਨਾਂ ਨੂੰ ਜੇਲ੍ਹਾਂ 'ਚ ਕੋ ਕੇ ਮਾਰਿਆ ਜਾ ਰਿਹਾ। ਪਰ ਮਾਨਸਿਕ ਨਸਲਕੁਸ਼ੀ ਜਿਹੜੀ ਸਾਡੀ ਕੀਤੀ ਜਾ ਰਹੀ ਆ, ਜੋ ਸਾਨੂੰ ਦਿਖਾਇਆ ਜਾ ਰਿਹਾ, ਦਰਸਾਇਆ ਜਾ ਰਿਹਾ, ਉਹਦਾ ਸ਼ਿਕਾਰ ਅਸੀਂ ਜ਼ਿਆਦਾ ਹੋ ਰਹੇ ਹਾਂ। ਅੱਜ ਦੇਖੋ ਸਵੇਰੇ ਅਖੰਡ ਪਾਠ ਸਾਹਿਬ ਕਰਾਇਆ ਹੁੰਦਾ ਵਾ, ਸ਼ਾਮ ਨੂੰ ਡੀਜੇ ਲੱਗੇ ਹੁੰਦੇ ਨੇ, ਬਾਪ ਆਪਣੀ ਧੀ ਦੀ ਬਾਂਹ ਫੜ ਕੇ ਨੱਚ ਰਿਹਾ ਹੁੰਦਾ। ਕਿਹੋ ਜਿਹੇ ਗੰਦੇ ਗਾਣਿਆਂ 'ਤੇ, ਇਹੋ ਜਿਹੇ ਗੰਦੇ ਗਾਣੇ ਜਿਹੜੇ ਧੀ ਦੀ ਹਿੱਕ ਮਿਲ ਰਹੇ ਹੁੰਦੇ ਨੇ, ਇਹੋ ਜਿਹੇ ਗੰਦੇ ਗਾਣੇ ਜਿਹਦੇ 'ਚ ਧੀ ਨੂੰ ਚੀਜੀ ਪੁਰਜਾ ਪਟੋਲਾ ਕਹਿ ਰਹੇ ਹੁੰਦੇ ਨੇ। ਸੋ ਸਾਡੀ ਮਾਨਸਿਕ ਨਸਲਕੁਸ਼ੀ ਆ। ਹੁਣ ਕਰਨਾ ਕੀ ਸੀਗਾ? ਕਰਨਾ ਤਾਂ ਇਹ ਸੀ ਵੀ ਗੁਰੂ ਘਰ ਦਾ ਜਿਹੜਾ ਗ੍ਰੰਥੀ ਸਿੰਘ ਸੀ, ਜਿਹੜਾ ਆਪਣਾ ਵਿਸ਼ਾ ਵੀ ਗ੍ਰੰਥੀ ਸਿੰਘ ਦਾ ਸਤਿਕਾਰ ਕਿਵੇਂ ਕਾਇਮ ਹੋਣਾ ਸੀ। ਇੱਕ ਤਾਂ ਇਹ ਕਿ ਉਹਦੀ ਅਸੀਂ ਆਰਥਿਕ ਲੋੜ ਪੂਰੀ ਕਰਦੇ, ਘੱਟੋ ਘੱਟ ਵੀ ਇੱਕ ਪਾਠੀ ਸਿੰਘ ਦੀ ਤਨਖਾਹ ਜ਼ਿਆਦਾ ਨਹੀਂ, ਮੈਂ 10,000 ਰੁਪਇਆ ਕਹਿੰਦਾ, 10,000 ਰੁਪਇਆ ਮੰਥਲੀ ਹੋਣੀ ਚਾਹੀਦੀ ਸੀਗੀ। ਦੂਸਰਾ, ਜਿੰਨਾ ਪਿੰਡ ਸੀ ਸਾਡਾ, ਉਹ ਪਿੰਡ ਜਿੰਨੇ, ਚਲੋ ਜੇ 2 ਗੁਰੂ ਘਰ ਨੇ, ਮੈਨੂੰ ਆਪਾਂ ਉਸ ਮਸਲੇ 'ਚ ਨਹੀਂ ਪੈਂਦੇ। ਗੁਰੂ ਘਰ ਦੇ ਵਿੱਚ ਪਰਿਵਾਰ ਸਮੇਤ ਸਵੇਰੇ ਉੱਠ ਕੇ ਅਸੀਂ ਜਾਂਦੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ, ਗੁਰਮਤਿ ਦੀ ਸੋਝੀ ਮਿਲਦੀ। ਬਾਬਾ ਜੀ ਜਦੋਂ ਨਿਤਨੇਮ ਕਰਦੇ ਨੇ, ਨਾਲ ਨਿਤਨੇਮ ਕਰਦੇ, ਕਥਾ ਸੁਣਦੇ, ਸਾਡੇ ਬੱਚਿਆਂ 'ਤੇ ਪ੍ਰਭਾਵ ਪੈਂਦਾ। ਪਰ ਅਸੀਂ ਜਾ ਹੀ ਨਹੀਂ ਰਹੇ, ਅਸੀਂ ਤਾਂ ਗੁਰੂ ਘਰ ਆਪ ਹੀ ਨਹੀਂ ਜਾਂਦੇ, ਸਾਡੇ ਬੱਚਿਆਂ ਨੇ ਕਿੱਥੋਂ ਜਾਣਾ। ਸੋ ਘਾਟਾਂ ਸਾਡੇ 'ਚ ਜ਼ਿਆਦੀਆਂ ਨੇ, ਅਤੇ ਉਹਨਾਂ ਘਾਟਾਂ ਨੂੰ ਅਸੀਂ ਲੁਕਾ ਰਹੇ ਹਾਂ, ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਗਲਤੀ ਕਿਹਦੀ ਕੱਢ ਦਿੰਦੇ ਹਾਂ?
ਜਥੇਬੰਦੀਆਂ ਦੀ, ਸੰਪਰਦਾਵਾਂ ਦੀ, ਜਿਹੜੀਆਂ ਸਾਡੀਆਂ ਵੱਡੀਆਂ ਸਰਮੌਜ ਜਿਵੇਂ ਸ਼੍ਰੋਮਣੀ ਕਮੇਟੀ ਉਹ ਆ ਇਹ ਜੇ ਪ੍ਰਚਾਰ ਨਹੀਂ ਕਰਦੇ, ਮੈਂ ਨਾ ਚਲੋ ਠੀਕ ਆ ਉਹ ਪ੍ਰਚਾਰ ਨਹੀਂ ਕਰ ਰਹੇ, ਸੱਚ ਵੀ ਆ ਕਿ ਸਾਡੀਆਂ ਜਥੇਬੰਦੀਆਂ ਸਾਡੀਆਂ ਸੰਪਰਦਾਵਾਂ 'ਚ ਉਸ ਲੈਵਲ ਦਾ ਪ੍ਰਚਾਰ ਨਹੀਂ ਕਰ ਪਾ ਰਹੀਆਂ ਜਿਸ ਲੈਵਲ ਦਾ ਉਹਨਾਂ ਨੂੰ ਕਰਨਾ ਚਾਹੀਦਾ, ਜਿੰਨੇ ਉਹਨਾਂ ਕੋਲ ਸਾਧਨ ਨੇ। ਪਰ ਤੁਹਾਡੇ ਪਿੰਡ 'ਚ ਤਾਂ ਪ੍ਰਚਾਰ ਹੋ ਰਿਹਾ ਨਾ, ਸਵੇਰੇ ਉੱਠ ਕੇ 3 ਵਜੇ 4 ਵਜੇ ਬਾਬਾ ਜੀ ਤਾਂ ਅਪੀਲ ਕਰਦੇ ਨੇ, ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ, ਨਿਤਨੇਮ ਦਾ ਸਮਾਂ, ਆਓ ਆਪਾਂ ਬਾਣੀ ਪੜ੍ਹੀਏ, ਇਸ਼ਨਾਨ ਕਰੀਏ, ਆਪਣੇ ਬੱਚਿਆਂ ਨੂੰ ਗੁਰੂ ਘਰ ਕੌਣ ਲੈ ਕੇ ਜਾਂਦਾ। ਸੋ ਇਹ ਸਾਰਾ ਵਰਤਾਰਾ ਸਾਨੂੰ ਸਮਝਣ ਦੀ ਲੋੜ ਆ। ਮੁੱਖ ਦੀ ਗੱਲ ਜਦੋਂ ਅਸੀਂ ਗੁਰਮਤਿ ਦੇ ਪਹਿਰੇ ਚੱਲਣ ਲੱਗ ਜਾਂਗੇ ਨਾ ਜੀ, ਉਸ ਕਨਸੈਪਟ ਨੂੰ ਸਮਝਣ ਲੱਗ ਜਾਂਗੇ, ਇਹ ਸਾਰੀ ਚੀਜ਼ ਦਾ ਹੱਲ ਹੋ ਜਾਣਾ। ਫਿਰ ਸਾਨੂੰ ਸਤਿਕਾਰ ਵੀ ਕਰਨਾ ਆ ਜਾਣਾ ਬਾਬਾ ਜੀ ਦਾ, ਜਿਵੇਂ ਅਸੀਂ ਸਤਿਕਾਰ ਕਰਦੇ ਹਾਂ ਨਾ ਲੱਚਰਾਂ ਦਾ। ਜਿਵੇਂ ਕਿਸੇ ਲੱਚਰ ਦਾ ਖੜਾ ਲਾਉਣਾ ਹੋਵੇ ਉਹਨੂੰ 5 ਲੱਖ 10 ਲੱਖ ਰੁਪਏ ਦਿੰਦੇ ਆ ਨਾ, ਕਿੰਨਾ ਪ੍ਰਚਾਰ ਕਰਕੇ ਇਕੱਠ ਕਰਦੇ ਆ, ਉੱਥੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ। ਕਿਉਂ? ਕਿਉਂਕਿ ਉਹ ਕੰਜਰਖਾਨੇ ਦੀ ਜਿਹੜੀ ਮਾਨਸਿਕ ਨਸਲਕੁਸ਼ੀ ਤੁਹਾਡੇ ਅੰਦਰ ਕੀਤੀ ਜਾ ਰਹੀ ਉਹਦਾ ਸ਼ਿਕਾਰ ਹੋਏ ਵੀ ਹੋ। ਇੱਥੇ ਜੇ ਗੁਰਮਤਿ ਦੀ ਗੱਲ ਆ ਜਾਂਦੀ ਆ, ਅਸੀਂ ਹੁਣ ਗੁਰਮਤਿ ਸਮਾਗਮ ਕਰਦੇ ਹਾਂ ਪਿੰਡਾਂ 'ਚ, ਸਾਨੂੰ ਲੰਮਾ ਸਮਾਂ ਹੋ ਗਿਆ, ਸੰਗਤ ਦੀ ਗਿਣਤੀ ਘੱਟ ਹੁੰਦੀ ਆ, ਖਾਸ ਕਰਕੇ ਨੌਜਵਾਨਾਂ ਬੱਚਿਆਂ ਦੀ ਗਿਣਤੀ ਘੱਟ ਹੁੰਦੀ। ਕਾਰਨ ਇਹ ਆ ਕਿਉਂਕਿ ਅਸੀਂ ਉਹ ਥੋਟ ਉਹਨਾਂ ਦੇ ਅੰਦਰ ਬਾੜ ਹੀ ਨਹੀਂ ਸਕੇ। ਤੇ ਬਾੜਨਾ ਕਿੰਨੇ ਸੀਗਾ? ਸਭ ਤੋਂ ਪਹਿਲਾਂ ਫਰਜ਼ ਮਾਂ ਬਾਪ ਦਾ ਸੀਗਾ, ਫਿਰ ਉਸ ਤੋਂ ਬਾਅਦ ਗੁਰੂ ਘਰ ਦੀਆਂ ਕਮੇਟੀਆਂ ਦਾ ਸੀਗਾ, ਫਿਰ ਸਾਡੀਆਂ ਪ੍ਰਬੰਧਕ ਸੰਸਥਾਵਾਂ, ਵੱਡੀਆਂ ਸਰਮੌਰ ਸੰਸਥਾਵਾਂ, ਜਥੇਬੰਦੀਆਂ, ਦਲ ਪੰਥਾਂ ਦਾ ਸੀਗਾ। ਗੁਰਮਤਿ ਪ੍ਰਚਾਰ ਉਹ ਤੋਂ ਅਸੀਂ ਛੀਨੇ ਆ, ਇਸ ਕਰਕੇ ਸਾਨੂੰ ਉਹ ਸਾਰਾ ਕੁਝ ਸਮਝਣ ਦੀ ਲੋੜ ਆ। ਪਾਠੀ ਸਿੰਘਾਂ ਦੇ ਹਾਲਾਤ ਇੰਨੇ ਮੰਦੇ ਨੇ ਕਿ ਬੱਚੇ ਸਕੂਲਾਂ ਵਿੱਚ ਨਹੀਂ ਜਾ ਪਾ ਰਹੇ, ਪੜ੍ਹਾਈ ਨਹੀਂ ਕਰ ਪਾ ਰਹੇ ਕਿਉਂਕਿ ਉਹਨਾਂ ਕੋਲ ਪੈਸਾ ਹੈ ਨਹੀਂ। ਗ੍ਰੰਥ ਸਿੰਘਾਂ ਦੇ ਇਹੋ ਜਿਹੇ ਪਰਿਵਾਰਾਂ ਦੇ ਜੀਅ ਨੇ ਜਿਨ੍ਹਾਂ ਦਾ ਇਲਾਜ ਨਹੀਂ ਹੋ ਪਾ ਰਿਹਾ ਕਿਉਂਕਿ ਉਹਨਾਂ ਕੋਲ ਪੈਸਾ ਹੈ ਨਹੀਂ। ਬੱਚੀਆਂ ਵਿਆਹੁਣ ਖੜੋਂ ਪਈਆਂ ਨੇ, ਚੰਗੇ ਘਰਾਂ ਦੇ ਵਿੱਚ ਆਨੰਦ ਕਾਰਜ ਨਹੀਂ ਕਰ ਪਾ ਰਹੇ ਕਿਉਂਕਿ ਪੈਸਾ ਹੈ ਨਹੀਂ। ਅਤੇ ਖੇਡ ਤਾਂ ਸਾਰੀ ਦੁਨਿਆਵੀ ਮਾਇਆ ਦੀ ਹੈ ਜੀ, ਮਾਇਆ ਦਾ ਬਿਨਾਂ ਚੱਲਿਆ ਨਹੀਂ ਜਾਂਦਾ ਅੱਜ ਦੇ ਸਮੇਂ ਦੇ ਵਿੱਚ। ਕਿਉਂਕਿ ਜੇ ਪਰਪੱਕਤਾ ਦੀ ਫਿਰ ਉੱਥੇ ਗੱਲ ਆ ਜਾਂਦੀ ਆ, ਪਰਪੱਕਤਾ ਵੀ ਕਿੰਨਾ ਕੁ ਚਿਰ ਜੀ, ਕਿਉਂਕਿ ਦੁਨਿਆਵੀ ਆ, ਕਲਯੁਗੀ ਆ, ਡੋਲ ਜਾਂਦੇ ਆ ਕਿਤੇ ਨਾ ਕਿਤੇ। ਸੋ ਹੁਣ ਜਿਵੇਂ ਧਰਮ ਪਰਿਵਰਤਨ ਹੋ ਰਹੇ ਨੇ, ਤੁਸੀਂ ਦੇਖ ਰਹੇ ਹੋ ਕਿੱਦਾਂ ਈਸਾਈਅਤ ਦਾ ਐਡਾ ਵੱਡਾ ਗਲਬਾ ਸਾਡੇ ਸਿਰ ਦੇ ਉੱਤੇ ਚੜਿਆ ਪਿਆ ਵਾ। ਕਿਉਂ? ਕਿਉਂਕਿ ਮੈਨੂੰ ਇਹ ਲੱਗਦਾ, ਜੇ ਮੈਨੂੰ ਤੁਸੀਂ ਨਿੱਜੀ ਸੋਚ ਲੈਂਦੇ ਹੋ ਨਾ, ਜਿਹੜਾ ਆਪਣਾ ਕੰਸੈਪਟ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਇਹ ਉਹਨਾਂ ਲੋਕਾਂ ਨੇ ਅਪਣਾਇਆ ਹੋਇਆ ਭਾਜੀ, ਡੇਰਿਆਂ ਨੇ ਅਪਣਾਇਆ ਹੋਇਆ ਵਾ। ਪੈਸਾ ਪਬਲਿਕ ਦਾ ਹੀ ਆ, ਪਰ ਪਬਲਿਕ 'ਤੇ ਲਾਉਂਦੇ ਨੇ। ਇੱਕ ਹੌਸਪੀਟਲ ਖੋਲ੍ਹ ਲੈਂਦੇ ਨੇ, ਇੱਕ ਕੋਈ ਉਹ ਸਕੂਲ ਖੋਲ੍ਹ ਦਿੰਦੇ ਨੇ, ਜੇ ਤੁਹਾਡੇ ਬੱਚਿਆਂ ਨੂੰ ਫ੍ਰੀ ਵਿੱਦਿਆ ਦਿੰਦੇ ਨੇ। ਉਸ ਚੀਜ਼ ਨੂੰ ਕਿਤੇ ਨਾ ਕਿਤੇ ਆਪਣੇ ਲੋਕ ਸ਼ਿਕਾਰ ਹੋ ਕਰਕੇ ਜਾਂ ਗਲਤਾਨ ਹੋ ਕਰਕੇ ਜਾਂ ਨਾਲੋਂ ਸਿਧਾਂਤਾਂ ਤੋਂ ਭਟਕ ਕਰਕੇ ਸ਼ਿਕਾਰ ਹੋ ਜਾਂਦੇ ਨੇ। ਫਿਰ ਉਹ ਧਰਮ ਪਰਿਵਰਤਨ ਕਰਨ ਵਾਲੇ ਬਣੇ ਚੱਲ ਜਾਂਦੇ ਨੇ, ਡੇਰਿਆਂ ਦਾ ਚੱਲ ਜਾਂਦੇ ਨੇ, ਜਾਂ ਕਿ ਡੇਰਿਆਂ ਵਾਲੇ ਬਾਬਿਆਂ ਦੇ ਪੈਰ ਕੁੱਟਣ ਲੱਗ ਜਾਂਦੇ ਨੇ। ਸ਼ਿਕਾਰ ਉਸ ਚੀਜ਼ ਦਾ ਹੋ ਰਹੇ ਨੇ। ਪਰ ਜੇ ਇਸ ਚੀਜ਼ ਨੂੰ ਸਹੀ ਨੂੰ ਅਸੀਂ ਕੰਟਰੋਲ ਕਰਨਾ, ਸਾਨੂੰ ਸਭ ਤੋਂ ਪਹਿਲਾਂ ਗੁਰਮਤਿ ਸਮਝਣੀ ਪੈਣੀ ਆ, ਗੁਰਮਤਿ 'ਤੇ ਪਹਿਰਾ ਦੇਣਾ ਪੈਣਾ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲਿਆ ਨਾ, ਉਸ ਕਨਸੈਪਟ ਨੂੰ ਸਮਝ ਲਿਆ, ਜਿਹੜਾ ਕਨਸੈਪਟ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਸੀ ਅਤੇ ਦਸਮ ਪਾਤਸ਼ਾਹ ਨੇ ਸਾਨੂੰ ਸਮਝਾਇਆ ਸੀ, ਫਿਰ ਚੜ੍ਹਦੀ ਕਲਾ ਹੀ ਹੋਣੀ ਹੈ। ਅਕਾਲੀ ਜੀ, ਇੱਕ ਅਖੀਰਲਾ ਸਵਾਲ ਹੈ, ਜਦੋਂ ਗ੍ਰੰਥੀ ਸਿੰਘ ਦੀ ਗੁਰਦੁਆਰਾ ਸਾਹਿਬ ਵਿੱਚ ਸੇਵਾ ਵਾਸਤੇ ਨਿਯੁਕਤੀ ਕੀਤੀ ਜਾਂਦੀ ਹੈ, 5-7 ਹਜ਼ਾਰ ਤਨਖਾਹ ਮੁਕਰਰ ਕੀਤੀ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹੜਾ ਹੈ ਗ੍ਰੰਥੀ ਸਿੰਘ ਨੂੰ ਰੋਜ਼ਾਨਾ ਰੂਟੀਨ ਦੇ ਵਿੱਚ ਕੁਝ ਅਜਿਹੇ ਮਾਮਲੇ ਵੀ ਆਏ ਨੇ ਜਿਹਦੇ ਵਿੱਚ ਝਿੜਕਾਂ ਵੀ ਦਿੱਤੀਆਂ ਜਾਂਦੀਆਂ। ਪਰ ਇਹ ਕਿਉਂ ਹੁੰਦਾ ਹੈ ਕਿ ਜਿਹੜਾ ਗੁਰਦੁਆਰੇ ਦਾ ਪ੍ਰਧਾਨ ਆ ਜਾਂ ਪ੍ਰਬੰਧਕ ਕਮੇਟੀ ਹੈ, ਉਹ ਤਾਂ ਸ਼ਾਮ ਨੂੰ ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਪਤਤ ਹੈ। ਪਰ ਜਿਹੜਾ ਗ੍ਰੰਥੀ ਸਿੰਘ ਹੈ ਉਹਦੇ ਉੱਪਰ ਕਿਸ ਨੇ ਅਧਿਕਾਰ ਦਿੱਤਾ ਹੋਇਆ ਕਿ ਇਸ ਤਰ੍ਹਾਂ ਗਲਬਾ ਪਾ ਕੇ ਉਹਨੂੰ ਆਪਣਾ ਗੁਲਾਮ ਰੱਖਿਆ ਜਾਵੇ। ਮਨਮਰਜ਼ੀ ਦੇ ਨਾਲ ਕਈ ਵਾਰ ਅਜਿਹੇ ਮਾਮਲੇ ਵੀ ਆਏ ਜਿਹਦੇ ਵਿੱਚ ਕਰਮਕਾਂਡ ਵੀ ਕੀਤਾ ਜਾਂਦਾ ਆ। ਕੀ ਲੱਗਦਾ ਹੈ ਕਿ ਇਸ ਤਰ੍ਹਾਂ ਤੋਂ ਜਿਹੜਾ ਨਿਜਾਤ ਕਿਸ ਤਰ੍ਹਾਂ ਦਵਾਈ ਜਾ ਸਕਦੀ ਹੈ? ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੁਕਮਨਾਮਾ ਜਾਰੀ ਹੈ ਕਿ ਗੁਰੂ ਘਰ ਦੀ ਕੋਈ ਵੀ ਜਿਹੜੀ ਕਮੇਟੀ ਆ ਉਹ ਅੰਮ੍ਰਿਤਧਾਰੀ ਹੋਊਗੀ, ਵੀ ਉਸ ਕੋਈ ਨਸ਼ਾ ਨਹੀਂ ਕਰਨਾ ਹੋਣਾ ਚਾਹੁੰਦੇ। ਹੁਣ ਗੱਲ ਤਾਂ ਇਹ ਵੀ ਹੁਕਮਨਾਮਾ ਤਾਂ ਜਾਰੀ ਹੋ ਗਿਆ, ਹੁਣ ਲਾਗੂ ਕਿਹਨੇ ਕਰਨਾ ਸੀ, ਕਰਾਉਣਾ ਕਿਹਨੇ ਸੀ, ਇਹ ਸਭ ਤੋਂ ਵੱਡਾ ਸਵਾਲ ਹੈ। ਜਦੋਂ ਉਹ ਹੁਕਮਨਾਮਾ ਲਾਗੂ ਹੋ ਗਿਆ ਅਤੇ ਉਸ ਹੁਕਮਨਾਮੇ 'ਤੇ ਪਹਿਰਾ ਦਿੱਤਾ ਜਾਊਗਾ, ਮੈਨੂੰ ਲੱਗਦਾ ਫਿਰ ਇਹ ਚੀਜ਼ਾਂ ਸਾਹਮਣੇ ਨਹੀਂ ਆਉਣਗੀਆਂ। ਬਾਕੀ ਜਿਹੜੀ ਤੁਸੀਂ ਗ੍ਰੰਥ ਸਿੰਘਾਂ ਦੀ ਗੱਲ ਕਰਦੇ ਹੋ, ਹਾਂ ਇਹ ਵੀ ਸਹੀ ਆ ਕਿਤੇ ਨਾ ਕਿਤੇ ਵੀ ਕਮੇਟੀਆਂ ਦੀ ਘਾਟ ਆ, ਪਰ ਸਾਡੇ ਗ੍ਰੰਥ ਸਿੰਘਾਂ ਦੇ ਜੀਵਨਾਂ 'ਚ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਾਟ ਆ। ਇਹ ਵੀ ਸਾਨੂੰ ਇੱਕ ਪਹਿਰਾ ਇਹ ਵੀ ਮੰਨਣਾ ਪਊਗਾ, ਕਿਉਂਕਿ ਚੜ੍ਹਦੀ ਕਲਾ ਜਿਹੜਾ ਪਹਿਰਾ ਹੁੰਦਾ, ਜਿਹੜਾ ਜੀਵਨ ਚੜ੍ਹਦੀ ਕਲਾ ਵਾਲਾ ਹੁੰਦਾ, ਜੇ ਹੋਵੇ ਤਾਂ ਗੁਰੂ ਸਾਹਿਬ ਵੀ ਵਰਤਦੇ ਨੇ, ਫਿਰ ਤੁਹਾਡੇ ਨਾਲ ਸਾਥ ਦਿੰਦੇ ਨੇ, ਖੜ੍ਹਦੇ ਨੇ, ਸ਼ਹੀਦ ਸਿੰਘਾਂ ਦਾ ਪਹਿਰਾ ਵਰਤਦਾ। ਪਰ ਕਿਤੇ ਨਾ ਕਿਤੇ ਗ੍ਰੰਥੀ ਸਿੰਘਾਂ ਦੇ ਵਿੱਚ ਜਿਹੜੀਆਂ ਘਾਟਾਂ ਨੇ ਉਹਨਾਂ ਨੂੰ ਵੀ ਦੂਰ ਕਰਨ ਦੀ ਲੋੜ ਆ। ਉਹ ਵੀ ਆਪਣੇ ਜੀਵਨਾਂ ਸੁਧਾਰ ਕਰਨ, ਜੇ ਉਹਨਾਂ ਵਿੱਚ ਘਾਟਾਂ ਨੇ। ਗੁਰਬਾਣੀ ਦੀ ਪ੍ਰੋਪਰ ਸੰਥਿਆ ਹੋਣੀ ਚਾਹੀਦੀ ਆ, ਸਾਡੀ ਜਿਹੜੀ ਜੋ ਸਾਡੇ ਸਿਧਾਂਤ, ਸਾਡੀ ਮਰਿਆਦਾ ਸਾਨੂੰ ਪਤਾ ਹੋਣੀ ਚਾਹੀਦੀ ਸਾਨੂੰ। ਕਿਉਂਕਿ ਹੁਣ ਕਈ ਵਾਰੀ ਸਾਡੇ ਕੋਲ ਕੇਸ ਆਉਂਦੇ ਨੇ, ਕਈ ਪਾਠੀ ਸਿੰਘ ਗੁਰੂ ਘਰਾਂ 'ਚ ਕਰਮਕਾਂਡ ਕਰਦੇ ਨੇ, ਮਨਮਤਾਂ ਕਰਦੇ ਨੇ, ਧਾਗੇ ਤਵੀਤਾਂ ਵਾਲਾ ਪਹਿਰਾ ਚੱਲਣ ਲੱਗ ਪੈਂਦਾ। ਕਿਉਂ ਚੱਲਣ ਲੱਗ ਪੈਂਦਾ? ਕਿਤੇ ਨਾ ਕਿਤੇ ਨਾ ਫਿਰ ਉਹ ਖੇਡ ਸਾਰੀ ਘੁੰਮ ਕੇ ਉੱਥੇ ਆ ਜਾਂਦੀ ਆ ਮਾਇਆ ਜੀ, ਕਿਉਂਕਿ ਉੱਧਰੋਂ ਫਿਰ ਆਰਥਿਕ ਤੌਰ 'ਤੇ ਟੁੱਟੇ ਹੁੰਦੇ ਨੇ, ਫਿਰ ਕੁਛ ਅਜਿਹਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹਨਾਂ ਨੂੰ ਮਾਇਆ ਆਉਣੀ ਸ਼ੁਰੂ ਹੋ ਜੇ। ਪਰ ਕਿਤੇ ਨਾ ਕਿਤੇ ਗੁਰਮਤਿ ਤੋਂ ਹੀਣੇ ਹੀ ਆ ਨਾ ਅਸੀਂ। ਸੋ ਗੁਰਮਤਿ ਵਿੱਚ ਪਰਪੱਕਤਾ ਹੋਊਗੀ ਤਾਂ ਠੀਕ ਆ, ਪਰ ਮੇਰੀ ਬੇਨਤੀ ਸੰਗਤ ਦੇ ਚਰਨਾਂ 'ਚ ਤੁਹਾਡੇ ਥਰੂ ਇਹੀ ਆ ਵੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਉਹ ਸਾਂਭੀਏ, ਸਾਡੇ ਪਾਠੀ ਸਿੰਘ, ਗ੍ਰੰਥੀ, ਰਾਗੀ, ਪ੍ਰਚਾਰਕ ਸਾਂਭੀਏ। ਕਿਉਂਕਿ ਜੇ ਅਸੀਂ ਇਹ ਨਾ ਸਾਂਭੇ, ਸਾਡੀ ਆਉਣ ਵਾਲੀ ਪੀੜ੍ਹੀ ਨੇ ਇਸ ਲਾਈਨ ਦੇ ਵਿੱਚ ਨਹੀਂ ਤੁਰਨਾ। ਫਿਰ ਤੁਹਾਨੂੰ ਪਾਠੀ ਸਿੰਘ ਲੱਭਣਾ ਪੈਣਾ
ਵੀ ਸਾਨੂੰ ਅਸੀਂ ਕੋਈ ਗੁਰਮਤ ਅਨੁਸਾਰ ਜਾਂ ਕੋਈ ਮਰਗ ਹੋ ਗਈ ਆ, ਕੋਈ ਖੁਸ਼ੀ ਆ, ਤੇ ਅਸੀਂ ਉਹ ਜਿਹੜੇ ਸਾਡੇ ਕਿਰਿਆ ਜਿਹੜੀ ਕਰਨੀ ਆ, ਜਿਹੜੇ ਸਾਡੇ ਉਹ ਨਿਤ ਕਰਮ ਨੇ ਉਹ ਕਰਨੇ ਨੇ, ਤੇ ਫਿਰ ਉਹ ਹੋਣੇ ਨਹੀਂ, ਕਿਉਂਕਿ ਤੁਹਾਡੇ ਕੋਲ ਕੋਈ ਚੜ੍ਹਦੀ ਕਲਾ ਦਾ ਸਿੰਘ ਹੀ ਨਹੀਂ ਹੋਣਾ। ਸੋ ਮੇਰੀ ਬੇਨਤੀ ਆ ਤੁਹਾਡੇ ਥਰੂ ਸੰਗਤ ਨੂੰ ਕਿ ਆਪਾਂ ਇਹ ਉਪਰਾਲਾ ਜ਼ਰੂਰ ਕਰੀਏ, ਬਾਹਾਂ ਫੜੀਏ। ਜਿਵੇਂ ਹੁਣ ਤੱਕ ਸ਼ਹੀਦ ਸਿੰਘਾਂ ਦੀ ਪਰਿਵਾਰ ਤੁਸੀਂ ਗੱਲ ਕਰਦੇ ਹੋ, ਉਹਨਾਂ ਦੇ ਨਾਂ 'ਤੇ ਸ਼ਾਇਦ ਖਾਧਾ ਤੇ ਬੜਾ ਗਿਆ, ਪਰ ਅਜਿਹੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦੇ ਅੱਜ ਵੀ ਕੋਠੇ ਕੱਚੇ ਨੇ, ਜਿਨ੍ਹਾਂ ਦੇ ਬਾਥਰੂਮ ਤੱਕ ਨਹੀਂ ਹੈਗੇ ਘਰਾਂ ਦੇ ਵਿੱਚ, ਪਰ ਉਹਨਾਂ ਦੇ ਬਾਥਰੂਮ ਬਣਾਉਣ ਦੇ ਨਾਂ ਦੇ ਉੱਤੇ ਲੋਕਾਂ ਨੇ ਕੋਠੀਆਂ ਪਾਲੀਆਂ। ਸੋ ਇਹ ਕਿਤੇ ਨਾ ਕਿਤੇ ਹਾਲਾਤ ਬੜੇ ਮੰਦੇ ਨੇ। ਹਾਂ, ਗ੍ਰੰਥ ਸਿੰਘ ਸਭਾਵਾਂ ਵੀ ਬਣੀਆਂ ਹੋਈਆਂ ਨੇ, ਉਹਨਾਂ ਦੇ ਇੱਕ ਸਿਸਟਮ ਤਾਂ ਬਣੇ ਹੋਏ ਨੇ, ਪਰ ਜਿਹੜੇ ਉਹ ਵੀ ਸਿਸਟਮ ਬਣੇ ਹੋਏ ਨੇ ਉਹ ਵੀ ਪ੍ਰੋਪਰ ਕੰਮ ਨਹੀਂ ਕਰ ਪਾ ਰਹੇ। ਉਹ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਬੈਠ ਜਾਂਦੇ ਨੇ ਉੱਪਰ, ਜਦੋਂ ਉਹ ਵੀ ਥੋੜ੍ਹੀ ਮਾਇਆ ਆਉਣੀ ਸ਼ੁਰੂ ਹੋ ਜਾਂਦੀ ਆ, ਮਾਇਆਧਾਰੀ ਹੋ ਜਾਂਦੇ ਨੇ, ਗਲਤਾਨ ਹੋ ਜਾਂਦੇ ਨੇ, ਫਿਰ ਉਹ ਆਪਣੇ ਥੱਲੇ ਲੈਵਲ 'ਤੇ ਜਿਹੜਾ ਸਿਸਟਮ ਹੁੰਦਾ ਉਹਨੂੰ ਕਦੀ ਸਹੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਕੋਈ ਵੀ ਚੀਜ਼ ਦਾ ਗਲਬਾ ਜਦੋਂ ਉੱਪਰ ਪੈ ਜਾਂਦਾ ਨਾ ਜੀ, ਉਹ ਬੜਾ ਮਾੜਾ ਹੁੰਦਾ। ਸੋ ਗਲਬਾ ਪਿਆ ਹੋਇਆ, ਸਾਨੂੰ ਗਲਬਾ ਲਾਉਣ ਦੀ ਲੋੜ ਆ ਜੀ। ਇਹ ਸਨ ਪਰਮਜੀਤ ਸਿੰਘ ਜੀ ਅਕਾਲੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਇੱਕ ਸੁਚੱਜੀ ਸੇਧ ਵੀ ਦਿੱਤੀ ਹੈ ਕਿ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਵੀ ਆਪਣੇ ਬਣਦੇ ਹੋਏ ਫਰਜ਼ ਅਦਾ ਕਰਨੇ ਚਾਹੀਦੇ ਹੈ। ਹਰ ਪੱਖ ਤੋਂ ਗ੍ਰੰਥੀ ਸਿੰਘਾਂ ਦੇ ਨਾਲ, ਪ੍ਰਧਾਨ ਸਾਹਿਬਾਨ ਦੇ ਨਾਲ, ਔਰ ਵਿਸ਼ੇਸ਼ ਜਿਹੜੀਆਂ ਇੰਟਰਵਿਊਜ਼ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।